ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਛੰਤ ਮਹੱਲਾ ਚੌਥਾ। ਮਾਰਹਿ ਸੋਵੇ ਜਨ ਹਉਮੈ ਵਿਖਿਆ, ਜਿਨ ਹਰਿ ਪ੍ਰਭ ਮਿਲਣ ਨਾ ਦਿੱਤੀਆ। ਦੇਹ ਕੰਚਨ ਵੇ ਵੰਨੀਆ, ਇਨ ਹਉਮੈ ਮਾਰ ਵਿਗੁਤੀਆ। ਮਾਰਹਿ ਸੋਵੇ ਜਨ ਹਉਮੈ ਵਿਖਿਆ, ਜਿਨ ਹਰਿ ਪ੍ਰਭ ਮਿਲਣ ਨਾ ਦਿੱਤੀਆ। ਦੇਹ ਕੰਚਨ ਵੇ ਵੰਨੀਆ, ਇਨ ਹਉਮੈ ਮਾਰ ਵਿਗੁਤੀਆ। ਮੋਹ ਮਾਇਆ ਵੇ ਸਭ ਕਾਲਖਾ, ਇਨ ਮਨ ਮੁਖ ਮੂੜ ਸੁਜੁਤੀਆ। ਜਨ ਨਾਨਕ ਗੁਰਮੁਖ ਉਬਾਰੇ, ਗੁਰ ਸਬਦੀ ਹਉਮੈ ਛੁਟੀਆ। ਮੋਹ ਮਾਇਆ ਵੇ ਸਭ ਕਾਲਖਾ, ਇਨ ਮਨ ਮੁਖ ਮੂੜ ਸਜੁਤੀਆ। ਜਨ ਨਾਨਕ ਗੁਰਮੁਖ ਉਬਾਰੇ, ਗੁਰ ਸਬਦੀ ਹਉਮੈ ਛੁਟੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਧੰਤਾ ਦੇ ਜੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾੜ ਹਾਲ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ, ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਬਾਨੀ, ਵਾਹਿਗੁਰੂ ਦੇ ਸਰੂਪ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਹੁਕਮ ਦੇ ਅੰਦਰ 4 ਬੰਦ ਨੇ ਔਰ ਸਤਿਗੁਰੂ ਜੀ ਨੇ ਇਹਨਾਂ 4 ਬੰਦਾਂ ਦੇ ਵਿੱਚ 4 ਪੌੜੀਆਂ ਦੇ ਵਿੱਚ ਸਾਨੂੰ ਇਹੀ ਉਪਦੇਸ਼ ਦਿੱਤਾ ਹੈ
ਕਿ ਭਾਈ ਹਉਮੈ ਅਤੇ ਮਾਇਆ ਜਿਹੜੀ ਹੈ ਨਾ, ਇਹ ਵਾਹਿਗੁਰੂ ਦੇ ਮਲਾਪ ਵਿੱਚ ਅਟਕਾ ਹੈ, ਅਰੋੜਾ ਹੈ। ਹਉਮੈ ਤੇ ਮਾਇਆ ਇਹ ਵਾਹਿਗੁਰੂ ਨੂੰ ਮਿਲਣ ਨਹੀਂ ਦਿੰਦੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਉਮੈ ਨੂੰ ਮਾਰ ਨਾ ਕਰ, ਤਾਂ ਤੇਰਾ ਮਿਲਾਪ ਹੋਵੇਗਾ। ਆਓ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਵਾਗ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਸ਼ੰਤ ਮਹੱਲਾ ਚੌਥਾ। ਰਾਗ ਸੂਹੀ ਵਿੱਚ ਸ਼ੰਤ ਦੇ ਸਿਰਲੇਖ ਹੇਠ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਦਾ ਇਹ ਪਾਵਨ ਉਪਦੇਸ਼ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕਰਦੇ ਨੇ। ਮਾਰਹਿ ਸੋ ਵੇ ਜਨ ਹਉਮੈ ਵਿਖਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇ ਜਨ। ਵੇ ਜਨ ਦਾ ਅਰਥ ਹੈ ਹੇ ਸੰਤ ਜਨੋ, ਹਉਮੈ ਹੰਗਤਾ ਅਤੇ ਵਿਕਿਆ ਨਾਮ ਜ਼ਹਿਰ ਦਾ ਵੀ ਹੈ, ਤੇ ਵਿਕਿਆ ਨਾਮ ਮਾਇਆ ਦਾ ਵੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਸੰਤ ਜਨੋ ਸੋ ਵੇ ਉਸ ਮਾਇਆ ਤੇ ਹਮਤਾ ਨੂੰ ਮਾਰ ਰਹੇ, ਮਾਰ ਨਾ ਕਰੋ। ਜਿਨ ਹਰਿ ਪ੍ਰਭ ਮਿਲਨ ਨਾ ਦਿੱਤੀਆ। ਇਸ ਹਉਮੈ ਤੇ ਮਮਤਾ ਜਿਨ੍ਹਾਂ ਨੇ ਵਾਹਿਗੁਰੂ ਨਾਲ ਤੇਰਾ ਮਿਲਾਪ ਨਹੀਂ ਹੋਣ ਦਿੱਤਾ, ਭਾਈ ਇਹਨਾਂ ਤੋਂ ਕਿਹੜਾ ਛੁਡਾ। ਜਿੰਨਾ ਚਿਰ ਤੂੰ ਹਉਮੈ ਅਤੇ ਮਾਇਆ ਤੇ ਕੰਟਰੋਲ ਨਹੀਂ ਕਰੇਗਾ, ਉਹਨਾਂ ਚਿਰ ਤੇਰਾ ਵਾਹਿਗੁਰੂ ਨਾਲ ਮਿਲਾਪ ਨਹੀਂ ਹੋਵੇਗਾ। ਸੰਗਤ ਜੀ, ਹਉਮੈ ਤੇ ਮਾਇਆ ਤੇ ਕੰਟਰੋਲ ਕਿਵੇਂ ਕਰੀਏ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਸ਼ਬਦ ਨਾਲ ਜੋੜ। ਜਦੋਂ ਹਉਮੈ ਵਿਆਪੇ ਉਦੋਂ ਗੁਰੂ ਗੁਰੂ ਕਰਿਆ ਕਰ। ਜਦੋਂ ਮਨ ਕਹਿਆ ਕਰੇ ਨਾ ਵੀ ਮੈਂ ਐ ਕੀਤਾ, ਮੈਂ ਉਹ ਕੀਤਾ, ਸਤਿਗੁਰੂ ਜੀ ਕਹਿੰਦੇ ਉਦੋਂ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਲਿਆ ਕਰ। ਜਦੋਂ ਮਨ ਨੂੰ ਮਾਇਆ ਵਿਆਪੇ ਉਦੋਂ ਵੀ ਭਾਈ ਗੁਰੂ ਸ਼ਬਦ ਨਾਲ ਜੁੜਿਆ ਕਰ। ਇਸ ਤਰ੍ਹਾਂ ਇਹਨਾਂ ਨੂੰ ਮਾਰ ਨਾ ਕਰ, ਇਹਨਾਂ ਨੂੰ ਕੰਟਰੋਲ ਵਿੱਚ ਕਰ। ਇਹ ਵਾਹਿਗੁਰੂ ਦੇ ਮਿਲਾਪ ਵਿੱਚ ਰੋੜਾ ਨੇ, ਅਟਕਾ ਹੈ, ਇਹ ਵਾਹਿਗੁਰੂ ਨੂੰ ਮਿਲਣ ਨਹੀਂ ਦਿੰਦੀਆਂ। ਦੇਹ ਕੰਚਨ ਵੇ ਵੰਨੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸੰਤ ਜਨੋ, ਇਹ ਦੇਹ ਕਾਇਆ ਸਰੀਰ ਜਿਹੜਾ ਸੋਹਣੇ ਵਰਨੀਆਂ, ਸੋਹਣੇ ਵਰਗਾ ਸੀ, ਇਨ ਹਉਮੈ ਮਾਰ ਵਿਗੁਤੀਆ। ਇਸ ਹਉਮੈ ਨੇ ਇਸ ਸੋਹਣੇ ਵਰਗੇ ਸਰੀਰ ਨੂੰ ਮਾਰ ਕੇ ਵਿਗੁਤੀਆ ਖਰਾਬ ਕਰ ਦਿੱਤਾ। ਮੋਹ ਮਾਇਆ ਵੇ ਸਭ ਕਾਲ ਖਾ। ਹੇ ਸੰਤ ਜਨੋ, ਮਾਇਆ ਦਾ ਮੋਹ ਭਾਈ ਇਹ ਸਾਰੀ ਕਾਲਕ ਹੈ। ਇਨ ਮਨ ਮੁਖ ਮੂੜ ਸੁਜੁਤੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਇਸ ਮਨਮੁਖ ਨੇ, ਮੂਰਖ ਨੇ ਆਪਣੇ ਮਨ ਨੂੰ
ਇਸ ਮਾਇਆ ਦੇ ਮੋਹ ਵਿੱਚ ਸਜੁਤੀਆ ਜੋੜਿਆ ਹੋਇਆ ਹੈ। ਇਉਂ ਵੀ ਆਧਾਰਿਤ ਕਰਦੇ ਨੇ, ਸਾ ਜਮਾ ਜੁਤੀਆ, ਭਲੀ ਪ੍ਰਕਾਰ ਇਹਦਾ ਮਨ ਮਾਇਆ ਦੇ ਮੋਹ ਵਿੱਚ ਜੁੜਿਆ ਹੋਇਆ ਹੈ, ਪਰ ਇਹ ਨਹੀਂ ਸਮਝਦਾ ਭਈ ਇਹ ਮਾਇਆ ਦਾ ਮੋਹ ਕਾਲਕ ਹੈ, ਤੇ ਕਾਲਕ ਜੇ ਹੱਥਾਂ ਨੂੰ ਲੱਗ ਜਾਵੇ ਤੇ ਹੱਥ ਕਾਲੇ ਹੋ ਜਾਂਦੇ ਨੇ, ਤੇ ਜੇ ਕਿਤੇ ਮੂੰਹ ਨੂੰ ਲੱਗ ਜਾਵੇ ਤੇ ਮੂੰਹ ਵੀ ਕਾਲਾ ਹੋ ਜਾਂਦਾ ਹੈ। ਸੰਗਤ ਜੀ, ਪੁਰਾਣੇ ਸਮੇਂ ਇੱਕ ਸਜ਼ਾ ਵੀ ਸੀ, ਜਿਹਨੂੰ ਸਜ਼ਾ ਦਿੱਤੀ ਜਾਂਦੀ ਉਹਦਾ ਮੂੰਹ ਕਾਲਾ ਕੀਤਾ ਜਾਂਦਾ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮਾਇਆ ਦਾ ਮੋਹ, ਇਹ ਹੈ ਕਾਲਖ, ਤੇ ਇਸ ਮਨਮੁਖ ਨੇ, ਮੂਰਖ ਨੇ ਇਸ ਮਨ ਨੂੰ ਇਹਦੇ ਵਿੱਚ ਜੋੜਿਆ ਹੈ। ਜਨ ਨਾਨਕ ਗੁਰਮੁਖ ਉਬਰੇ। ਹਜ਼ੂਰ ਕਥਨ ਕਰਦੇ ਨੇ, ਜਿਨ੍ਹਾਂ ਦਾ ਮੁਖ ਗੁਰੂ ਵੱਲੇ ਹੈ, ਜਿਹੜੇ ਅੱਟੇ ਪੈਰ ਆਪਣਾ ਮੁਖ ਗੁਰੂ ਵੱਲੇ ਰੱਖਦੇ ਨੇ, ਹਰੇਕ ਕੰਮ ਕਰਕੇ ਵੀ ਕਹਿੰਦੇ ਭਾਈ ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ, ਇਹ ਤਾਂ ਸਤਿਗੁਰੂ ਨੇ ਰਹਿਮਤ ਕੀਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਗੁਰਮੁਖ ਜਨ ਜਿਹੜੇ ਨੇ ਨਾ, ਇਹ ਮਾਇਆ ਦੇ ਮੋਹ ਰੂਪੀ ਕਾਲਕ ਤੋਂ ਉਭਰੇ, ਬਚ ਗਏ। ਗੁਰ ਸਬਦੀ ਹਉ ਮੈਂ ਛੁੱਟੀਆ। ਬੇਨਤੀ ਕੀਤੀ ਮਹਾਰਾਜ ਕਿਵੇਂ ਬਚ ਗਏ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰ ਸ਼ਬਦੀ ਹਉ ਮੈਂ ਛੁੱਟੀਆ। ਗੁਰੂ ਦੇ ਸ਼ਬਦ ਨਾਲ ਜੁੜ ਕਰਕੇ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ, ਗੁਰੂ ਵੱਲੇ ਮੁਖ ਕਰਕੇ ਉਹ ਗੁਰਮੁਖ ਪਿਆਰੇ ਇਸ ਹਉਮੈ ਤੋਂ ਛੁਟਕਾਰਾ ਪਾ ਬੈਠੇ ਨੇ। ਉਹ ਹਉਮੈ ਤੋਂ ਛੁੱਟ ਗਏ ਨੇ। ਇਸ ਕਰਕੇ ਉਹਨੇ ਮਾਇਆ ਦੇ ਮੋਹ ਦੀ ਜਿਹੜੀ ਕਾਲਕ ਹੈ ਨਾ, ਇਹਦਾ ਉਹਨਾਂ ਨੂੰ ਕੋਈ ਡਰ ਨਹੀਂ। ਵਸ ਆਣਿਓ ਵੇ ਜਾਨਾ ਇਸ ਮਨ ਕੋ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਸੰਤ ਜਨੋ, ਭਾਈ ਇਸ ਮਨ ਨੂੰ ਵਸ ਵਿੱਚ ਲਿਆਉਣਾ ਕਰੋ। ਹੈ ਤਾਂ ਬੜਾ ਔਖਾ ਜੀ, ਮਨ ਬੜਾ ਚੰਚਲ ਹੈ, ਬਹੁਤ ਚੰਚਲ ਹੈ। ਵਿਦਵਾਨਾਂ ਨੇ ਮੰਨਿਆ ਹੈ ਕਿ ਬਾਂਦਰ ਚੰਚਲ ਹੈ, ਤਬਲੇ ਵਾਲੇ ਦੀਆਂ ਉਂਗਲਾਂ ਚੰਚਲ ਨੇ, ਪਰ ਇਹ ਜਿਹੜਾ ਮਨ ਇਹ ਉਦੋਂ ਵੀ ਜ਼ਿਆਦਾ ਚੰਚਲ ਹੈ। ਇਹਨੂੰ ਵਸ ਕਰਨਾ ਕੋਈ ਸੌਖੀ ਜੀ ਗੱਲ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ, ਹੇ ਸੰਤੋ, ਇਸ ਮਨ ਨੂੰ ਵਸ ਵਿੱਚ ਕਰਨਾ ਕਰੋ। ਕਿਵੇਂ ਕਰੀਏ? ਸੰਗਤ ਜੀ, ਸਤਿਗੁਰਾਂ ਨੇ ਜ਼ਿਕਰ ਕੀਤਾ ਹੈ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜੇ ਵਾਹਿਗੁਰੂ ਕਿਰਪਾ ਕਰੇ ਤਾਂ ਇਹ ਮਨ ਵਸ ਵਿੱਚ ਆਉਂਦਾ ਹੈ। ਤੇ ਕਿਰਪਾ ਦੀ ਪ੍ਰਾਪਤੀ ਵਾਸਤੇ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰੋ। ਸਾਡਾ ਮਨ ਬਹੁਤ ਚੰਚਲ ਹੈ ਮਹਾਰਾਜ, ਇਹਦੀ ਬਹੁਤ ਵੱਡੀ ਰਫ਼ਤਾਰ ਹੈ। ਜਹਾਜ਼ ਤਾਂ ਕੁਝ ਘੰਟਿਆਂ ਬਾਅਦ ਵਿਦੇਸ਼ਾਂ ਵਿੱਚ ਪਹੁੰਚਦਾ ਨਾ ਜੀ, ਤੇ ਮਨ ਜਿਹੜਾ ਨਾ ਫੁਰਨਾ ਕਰਕੇ ਸਕਿੰਟ ਤੋਂ ਪਹਿਲਾਂ ਪਹੁੰਚ ਜਾਂਦਾ।
ਇਹ ਸੈਕਿੰਡ ਤੋਂ ਪਹਿਲਾਂ ਕੈਨੇਡਾ, ਅਮਰੀਕਾ, ਇੰਗਲੈਂਡ ਜਿੱਥੇ ਵੀ ਇਹਦਾ ਫੁਰਨਾ ਹੁੰਦਾ ਹੈ ਪਹੁੰਚ ਜਾਂਦਾ ਹੈ। ਏਡੀ ਇਹਦੀ ਰਫ਼ਤਾਰ ਹੈ। ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬ੍ਰੇਕਾਂ ਲੱਗੀਆਂ ਹੋਈਆਂ ਨੇ, ਪਰ ਇਸ ਮਨ ਨੂੰ ਕੋਈ ਬ੍ਰੇਕ ਨਹੀਂ। ਬ੍ਰੇਕ ਲਾਉਣੀ ਪਵੇਗੀ, ਬ੍ਰੇਕ ਗੁਰੂ ਦੇ ਸ਼ਬਦ ਦੀ ਲਾਉਣੀ ਪਵੇਗੀ, ਤਾਂ ਇਹ ਰੁਕੇਗਾ, ਤਾਂ ਵਸ ਵਿੱਚ ਆਵੇਗਾ, ਤਾਂ ਇਹ ਟਿਕੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਸੰਤ ਜਦੋਂ ਭਾਈ ਇਸ ਮਨ ਨੂੰ ਆਪਣੇ ਵਸ ਵਿੱਚ ਲਿਆਉਣਾ ਕਰੋ। ਮਨ ਬਾਸੇ ਜਿਉ ਨਿਤ ਭਉਦਿਆ। ਇਹ ਜਿਹੜਾ ਮਨ ਹੈ ਨਾ, ਇਹ ਇੱਕ ਛੋਟੇ ਬਾਜ ਦੀ ਤਰ੍ਹਾਂ ਨਿਤਾ ਪ੍ਰਤੀ ਭੌਂਦਾ ਰਹਿੰਦਾ ਹੈ। ਜਿਵੇਂ ਬਾਜ ਆਪਣੇ ਸ਼ਿਕਾਰ ਦੀ ਭਾਲ ਵਿੱਚ ਭੌਂਦਾ ਹੈ, ਮਾਸ ਦੀ ਭਾਲ ਕਰਦਾ ਹੈ ਜਾਂ ਜਾਨਵਰਾਂ ਦੀ ਭਾਲ ਕਰਦਾ ਹੈ। ਜਦੋਂ ਉਹਨੂੰ ਕੋਈ ਜਾਨਵਰ ਮਿਲ ਜਾਂਦਾ ਹੈ, ਆਕਾਸ਼ ਵਿੱਚ ਉੜਦਾ ਜਾਂਦਾ, ਫਿਰ ਉਹਦੇ ਪਿੱਛੇ ਪੈ ਜਾਂਦਾ ਹੈ। ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਲੜਾਈ ਵੀ ਇਸੇ ਕਰਕੇ ਹੋਈ ਬਾਜਾਂ ਤੋਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਜੰਗ ਲੜੀ ਨਾ ਲੋਹਗੜ੍ਹ ਦੀ, ਉਹ ਵੀ ਬਾਜ ਤੋਂ ਹੀ ਹੋਈ ਸੀ। ਇਹ ਬਾਜ ਜਦੋਂ ਕਿਸੇ ਪੰਛੀ ਦੇ ਮਗਰ ਪੈ ਜਾਂਦਾ ਹੈ, ਫਿਰ ਉਹਨੂੰ ਮਾਰ ਦਿੰਦਾ ਹੈ, ਉਹਦਾ ਮਾਸ ਖਾਂਦਾ ਹੈ। ਇਹ ਸਤਿਗੁਰੂ ਜੀ ਕਹਿੰਦੇ ਨੇ, ਮਨ ਬਾਸੇ ਜਿਉ ਨਿਤ ਭੌਂਦਿਆ। ਮਨ ਜਿਹੜਾ ਨਾ, ਇਹ ਸ਼ਿਕਾਰੀ ਪੰਛੀ ਦੀ ਤਰ੍ਹਾਂ, ਵਿਦਵਾਨਾਂ ਨੇ ਇਉਂ ਵੀ ਅਰਥ ਕੀਤੇ ਇਹਦੇ। ਮਨ ਜਿਹੜਾ ਇਹ ਸ਼ਿਕਾਰੀ ਜਾਨਵਰ ਦੀ ਤਰ੍ਹਾਂ ਨਿਤਾ ਪ੍ਰਤੀ ਭੌਂਦਾ ਰਹਿੰਦਾ। ਦੁੱਖ ਰੈਣ ਵੀ ਵਿਹਾਣੀਆ। ਇਹ ਸੰਤ ਜਨੋ, ਇਸ ਜੀਵ ਦੀ ਜ਼ਿੰਦਗੀ ਜਿਹੜੀ ਹੈ ਨਾ, ਇਹ ਦੁੱਖਾਂ ਦੀ ਰਾਤ ਵਿੱਚ ਵਿਹਾਉਂਦੀ ਹੈ। ਕਈ ਵਾਰ ਪ੍ਰਤੱਖ ਵੀ ਰਾਤ ਜਿਹੜੀ ਹੈ ਨਾ, ਉਹ ਦੁੱਖਾਂ ਵਿੱਚ ਬਤੀਤ ਹੁੰਦੀ ਹੈ। ਬੰਦਾ ਦੁਖੀ ਹੋਵੇ, ਸਾਰੀ ਰਾਤ ਉਹਨੂੰ ਨੀਂਦ ਨਹੀਂ ਆਉਂਦੀ, ਦੁਖੀ ਹੁੰਦਾ ਹੈ, ਦੁੱਖ ਵਿੱਚ ਹੀ ਉਹਨੂੰ ਦਿਨ ਚੜ੍ਹ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸੇ ਤਰ੍ਹਾਂ ਇਹ ਜਿਹੜੀ ਜ਼ਿੰਦਗੀ ਹੈ ਨਾ ਸੰਗਤ ਜੀ, ਇਹ ਵੀ ਇੱਕ ਰਾਤ ਦੀ ਨਿਆਈ ਹੈ। ਜਵਾਨੀ ਦੀ ਜ਼ਿੰਦਗੀ ਕਾਲੀ ਬੋਲੀ ਰਾਤ ਵਰਗੀ ਹੈ। ਜਿਵੇਂ ਕਾਲੀ ਬੋਲੀ ਰਾਤ ਵਿੱਚ ਕੋਈ ਸੁੱਝਦਾ ਨਹੀਂ, ਦਿਸਦਾ ਨਹੀਂ, ਇਸੇ ਤਰ੍ਹਾਂ ਜਵਾਨੀ ਦੇ ਵਿੱਚ ਵੀ ਸੰਗਤ ਜੀ ਇਹ ਜੀਵ ਕੋਈ ਸੁਣਦਾ ਗਿਣਦਾ ਨਹੀਂ। ਤੇ ਸਤਿਗੁਰੂ ਜੀ ਕਹਿੰਦੇ, ਜਿਵੇਂ ਦਿਨ ਚੜ੍ਹਦਾ ਹੈ, ਇਸੇ ਤਰ੍ਹਾਂ ਜਿਹੜੀ ਬੁਢਾਪੇ ਦੀ ਉਮਰ ਹੈ ਨਾ, ਇਹਨੂੰ ਫਿਰ ਦਿਨ ਵਰਗੀ ਮੰਨਿਆ ਹੈ। ਇਹ ਦਿਨ ਵਰਗੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਦੁੱਖ ਰੈਣ ਵੇ ਵਿਹਾਣੀਆਂ। ਇਹ ਸੰਤ ਜਨੋ, ਜੀਵ ਦੀ ਜਿਹੜੀ ਜ਼ਿੰਦਗੀ ਰੂਪੀ ਰਾਤ ਹੈ, ਇਹ ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦੀ ਆ। ਨਿਤ ਆਸਾ ਆਸ ਕਰੇਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ, ਦੁੱਖਾਂ ਵਿੱਚ ਕਿਉਂ ਬਤੀਤ ਹੁੰਦੀ ਹੈ ਜੀ? ਤੇ ਹਜੂਰ ਕਹਿੰਦੇ, ਨਿਤ ਆਸਾ ਆਸ ਕਰੇਂਦੇ ਆ। ਇਹ ਨਿਤਾ ਪ੍ਰਤੀ ਆਸਾਂ ਕਰਦਾ ਹੈ, ਅਤੇ ਜਿਹੜੇ ਆਸਾਂ ਕਰਦੇ ਨੇ, ਇਹ ਗਾੜੀ ਉਹਨਾਂ ਦੀਆਂ ਆਸਾਂ ਕਰਦਾ ਹੈ। ਇਉਂ ਆਸਾਂ ਕਰਦਿਆਂ ਕਰਦਿਆਂ ਇਹਦੀ ਰਾਤ ਵੀ ਦੁੱਖਾਂ ਵਿੱਚ ਬਤੀਤ ਹੁੰਦੀ ਹੈ। ਸਾਰੀ ਰਾਤ ਆਸ ਕਰਦਾ ਰਹਿੰਦਾ ਹੈ ਕਿ ਮੈਂ ਭਲਕੇ ਫਲਾਣੇ ਲੀਡਰ ਕੋਲੇ ਜਾਵਾਂਗਾ, ਉਹਦੇ ਤੋਂ ਕੰਮ ਕਰਾਵਾਂਗੇ, ਉਹ ਮੇਰਾ ਕੰਮ ਸਵਾਰੇਗਾ। ਇਹ ਆਸ ਕਰਦਾ ਰਹਿੰਦਾ, ਇਹਨੂੰ ਚਿੰਤਾ ਕਰਕੇ ਨੀਂਦ ਨਹੀਂ ਆਉਂਦੀ ਜੀ, ਦੁਖੀ ਹੁੰਦਾ ਹੈ। ਇਹਦੀ ਇਸ ਤਰ੍ਹਾਂ ਜਿਹੜੀ ਰਾਤ ਹੈ ਨਾ, ਉਹ ਬਤੀਤ ਹੋ ਜਾਂਦੀ ਹੈ।
ਪਰ ਜਦੋਂ ਲੀਡਰ ਕੋਲੇ ਜਾਂਦਾ ਤੇ ਉਹ ਗਾੜੀਆਂ ਮੂੰਹ ਨਹੀਂ ਲਾਉਂਦਾ, ਤੇ ਰਾਤ ਹੋਰ ਦੁਖਦਾਈ ਬਣ ਜਾਂਦੀ ਹੈ। ਜ਼ਿੰਦਗੀ ਰੂਪੀ ਰਾਤ ਹੋਰ ਵੀ ਦੁੱਖਾਂ ਦੇ ਸਹਿਤ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਆਪ ਆਸਵੰਦ ਨੇ ਨਾ, ਇਹ ਉਹਨਾਂ ਦੀ ਆਸ ਕਰਦਾ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਦੇਵੀ ਝਾੜੂ ਫੇਰਦੀ ਹੈ, ਤੇ ਬਾਬਾ ਲਹਿਣਾ ਜੀ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ ਮਿਲਣ ਗਏ, ਤੇ ਵੇਖਿਆ ਕਿ ਇੱਕ ਔਰਤ ਬੜੀ ਸੁੰਦਰ ਉਹ ਝਾੜੂ ਫੇਰ ਰਹੀ ਹੈ। ਤੇ ਬਾਬਾ ਲਹਿਣਾ ਜੀ ਨੇ ਪੁੱਛਿਆ, ਬੀਬੀ ਤੂੰ ਇਸ ਵੇਲੇ ਇੱਥੇ ਕਿਸ ਤਰ੍ਹਾਂ? ਤੇ ਉਹਨੇ ਆਖਿਆ, ਲਹਿਣਿਆ ਮੈਂ ਉਹ ਹੀ ਦੇਵੀ ਹਾਂ ਜਿਹਦੇ ਦਰਸ਼ਨ ਕਰਨ ਤੂੰ ਜਾਂਦਾ ਸੀ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਹੈਰਾਨ ਹੋਏ, ਕਹਿਣ ਲੱਗੇ ਫਿਰ ਇਸ ਦੁਆਰੇ ਤੇ ਕਿਵੇਂ? ਕਹਿਣ ਲੱਗੀ ਇਤੋਂ ਹੀ ਮੰਗ ਮੰਗ ਕੇ ਮੈਂ ਲੋਕਾਂ ਦੀਆਂ ਝੋਲੀਆਂ ਭਰਦੀ ਹਾਂ। ਸੰਗਤ ਜੀ, ਜਿਹੜੇ ਆਸਵੰਦ ਨੇ ਨਾ, ਆਪ ਆਸਵੰਦ ਨੇ, ਇਹ ਗਾੜੀ ਉਹਨਾਂ ਦੀਆਂ ਆਸਾਂ ਕਰਦਾ। ਇਉਂ ਇਹਦੀ ਦੁੱਖਾਂ ਵਿੱਚ ਜ਼ਿੰਦਗੀ ਰੂਪੀ ਰਾਤ ਜਿਹੜੀ ਹੈ ਉਹ ਬਤੀਤ ਹੋ ਜਾਂਦੀ ਹੈ। ਗੁਰ ਪਾਇਆ ਵੇ ਸੰਤ ਜਨੋ, ਹੇ ਸੰਤ ਜਨੋ, ਅਸਾਂ ਗੁਰੂ ਨੂੰ ਪ੍ਰਾਪਤ ਕਰ ਲਿਆ। ਮਨ ਆਸ ਪੂਰੀ ਹਰ ਚਾਉਦਿਆ। ਹੁਣ ਜਿਹੜੀ ਸਾਡੇ ਮਨ ਦੀ ਆਸ ਸੀ ਨਾ, ਜਿਹੜੀਆਂ ਸਾਡੇ ਮਨ ਦੀਆਂ ਕਾਮਨਾ ਸਨ, ਉਹ ਗੁਰੂ ਨੇ ਪੂਰੀਆਂ ਕਰ ਦਿੱਤੀਆਂ ਨੇ। ਕਿਵੇਂ ਪੂਰੀਆਂ ਕੀਤੀਆਂ? ਗੁਰੂ ਨੇ ਸਾਨੂੰ ਦਿੱਤਾ ਗੁਰ ਮੰਤਰ ਵੀ ਵਾਹਿਗੁਰੂ ਨੂੰ ਚੇਤੇ ਕਰ, ਤੇ ਅਸੀਂ ਗੁਰੂ ਦਾ ਮੰਤਰ ਲੈ ਕੇ ਨਾ ਹਰ ਚਾਹੁੰਦੇ ਆ, ਹਰੀ ਨੂੰ ਉਚਾਰਨ ਲੱਗ ਪਏ, ਹਰੀ ਦਾ ਜਾਪ ਜਪਣ ਲੱਗ ਪਏ, ਤੇ ਜਾਪ ਕਰਦਿਆਂ ਕਰਦਿਆਂ ਵਾਹਿਗੁਰੂ ਨੇ ਸਾਡੀਆਂ ਸਾਰੀਆਂ ਹੀ ਆਸਾਂ ਪੂਰੀਆਂ ਕਰ ਦਿੱਤੀਆਂ। ਗੱਡੀਆਂ ਵੀ ਮਿਲ ਗਈਆਂ, ਕੋਠੀਆਂ ਵੀ ਮਿਲ ਗਈਆਂ, ਜ਼ਮੀਨਾਂ ਵੀ ਮਿਲ ਗਈਆਂ, ਕਈ ਪ੍ਰਕਾਰ ਦੇ ਜੀ ਜਿਹੜੇ ਸੀ ਨਾ ਉਹ ਵੀ ਵਸ ਵਿੱਚ ਆ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ। ਜਨ ਨਾਨਕ ਪ੍ਰਭ ਦੇਹੋ ਮਤੀ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਹੇ ਪ੍ਰਭੂ, ਆਪਣੇ ਦਾਸਾਂ ਨੂੰ ਆਪਣੀ ਮਤੀ, ਆਪਣੀ ਸਿੱਖਿਆ, ਆਪਣਾ ਉਪਦੇਸ਼, ਆਪਣੀ ਸੂਝ ਬੂਝ ਸਮਝ ਬਖਸ਼ਿਸ਼ ਕਰੋ ਜੀ। ਛੱਡ ਆਸਾ ਨਿਤ ਸੁਖ ਸੌਦਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿਹੜੇ ਭਾਈ ਇਹ ਬੇਨਤੀ ਕਰਦੇ ਨੇ ਨਾ, ਉਹ ਸਾਰੀਆਂ ਆਸਾਂ ਨੂੰ ਛੱਡ ਦਿੰਦੇ ਨੇ। ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਆਸ ਨਹੀਂ ਹੁੰਦੀ, ਉਹਨਾਂ ਦੇ ਮਨ ਵਿੱਚ ਕੋਈ ਕਲਪਨਾ ਨਹੀਂ, ਕੋਈ ਕਾਮਨਾ ਨਹੀਂ। ਸੰਗਤ ਜੀ, ਤੇ ਜਿਨ੍ਹਾਂ ਦੇ ਮਨ ਵਿੱਚ ਕਾਮਨਾ ਨਹੀਂ ਨਾ, ਸੰਕਲਪਾਂ ਵਿਕਲਪਾਂ ਫੁਰਨਿਆਂ ਤੋਂ ਰਹਿਤ ਹੋ ਗਏ, ਫਿਰ ਉਹ ਕੀ ਕਰਦੇ ਨੇ ਜੀ? ਸੁਖ ਸੌਂਦਿਆਂ, ਉਹ ਤਾਂ ਸੁਖ ਦੀ ਨੀਂਦ ਸੌਂਦੇ ਨੇ, ਫਿਰ ਉਹ ਬੇਪਰਵਾਹ ਹੋ ਕੇ ਸੌਂਦੇ ਨੇ। ਪਰ ਐਸੇ ਵੀ ਬੇਪਰਵਾਹ ਨਹੀਂ ਹੁੰਦੇ ਵੀ ਅੰਮ੍ਰਿਤ ਵੇਲੇ ਨਾ ਉੱਠਦੇ ਹੋਣ, ਫਿਰ ਅੰਮ੍ਰਿਤ ਵੇਲਾ ਵੀ ਸੰਭਾਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਨੇ ਸਾਰੀਆਂ ਆਸਾਂ, ਕਲਪਨਾਵਾਂ, ਮਨੋਕਾਮਨਾਵਾਂ ਤਿਆਗ ਦਿੱਤੀਆਂ। ਹੁਣ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਝੋਰਾ ਨਹੀਂ। ਹੁਣ ਤਾਂ ਭਾਈ ਉਹ ਸੁਖ ਦੀ ਨੀਂਦ ਸੌਂਦੇ ਨੇ ਤੇ ਸੁਖ ਦੀ ਨੀਂਦ ਹੀ ਉੱਠਦੇ ਨੇ। ਜਿਨ੍ਹਾਂ ਨੂੰ ਚਿੰਤਾ ਹੁੰਦੀ ਹੈ, ਨਾ ਰਾਤ ਨੀਂਦ ਆਉਂਦੀ ਹੈ, ਨਾ ਸਵੇਰੇ ਜਦੋਂ ਉੱਠਣ ਦਾ ਟਾਈਮ ਹੁੰਦਾ ਨਾ ਜੀ, ਉਦੋਂ ਫਿਰ ਉਹ ਘੜਾਰੇ ਮਾਰਨ ਲੱਗ ਪੈਂਦੇ ਨੇ, ਘੂਕ ਸੌਂ ਜਾਂਦੇ ਨੇ।
ਸਤਿਗੁਰੂ ਜੀ ਕਹਿੰਦੇ ਇਹ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਨਾ ਜੀ, ਉਹ ਦੁੱਖਾਂ ਵਿੱਚ ਬਤੀਤ ਹੁੰਦੀ ਆ। ਸਾ ਧਨ ਆਸਾ ਚਿਤ ਕਰੀ RAM ਰਾਜਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਰਾਮ ਰਮੇ ਹੋਏ ਰਾਜਿਆ ਪ੍ਰਕਾਸ਼ਵਾਨ ਵਾਹਿਗੁਰੂ ਜੀ। ਇਹ ਜੀਵ ਇਸਤਰੀ ਜਿਹੜੀ ਹੈ ਨਾ, ਇਹ ਚਿੱਤ ਵਿੱਚ ਆਸਾ ਕਰਦੀ ਹੈ। ਹਰ ਪ੍ਰਭ ਸੇਜੜੀਐ ਆਈ। ਆਸਾ ਕਾਦੀ ਕਰਦੀ ਹੈ ਜੀ? ਸਤਿਗੁਰੂ ਜੀ ਕਹਿੰਦੇ ਨੇ ਇਹ ਜੀਵ ਇਸਤਰੀ ਆਸਾ ਕਰਦੀ ਹੈ ਵੀ ਹਰ ਪ੍ਰਭ ਸੇਜੜੀ ਹੈ ਆਈ। ਹਰੀ ਪ੍ਰਭੂ ਵਾਹਿਗੁਰੂ ਮੇਰੀ ਸ਼ਰਧਾ ਰੂਪੀ ਸੇਜ ਦੇ ਉੱਪਰ ਆਣ ਕੇ ਬਿਰਾਜਮਾਨ ਹੋਵੇ। ਮੇਰਾ ਠਾਕੁਰ ਅਗਮ ਦਿਆਲ ਹੈ RAM ਰਾਜਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਰਮੇ ਹੋਏ RAM ਪ੍ਰਕਾਸ਼ਵਾਨ ਵਾਹਿਗੁਰੂ ਜੀ, ਆਪ ਮੇਰੇ ਮਾਲਕ ਹੋ। ਆਪ ਗਮਤਾ ਤੋਂ ਰਹਿਤ ਹੋ, ਦਇਆ ਦੇ ਘਰ ਹੋ ਜੀ। ਕਰ ਕਿਰਪਾ ਲਿਹੂ ਮਿਲਾਈ। ਮਹਾਰਾਜ ਕਿਰਪਾ ਕਰਕੇ ਮਿਹਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਣਾ ਕਰੋ ਜੀ। ਮੇਰਾ ਮਨ ਤਨ ਲੋਚਾ ਗੁਰਮੁਖੀ RAM ਰਾਜਿਆ। ਹੇ ਰਮੇ ਹੋਏ RAM ਪ੍ਰਕਾਸ਼ਮਾਨ ਵਾਹਿਗੁਰੂ ਪਰਮੇਸ਼ਰ ਜੀ, ਮੇਰੇ ਮਨ ਵਿੱਚ ਤੇ ਮੇਰੇ ਸਰੀਰ ਵਿੱਚ ਲੋਚਾ ਇੱਛਾ ਹੈ। ਉਹ ਇੱਛਾ ਕੀ ਹੈ ਕਿ ਜਿਹੜੇ ਗੁਰੂ ਵਾਲੇ ਨੇ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਹਰ ਸਰਦਾ ਸੇਜ ਵਿਛਾਈ। ਮੈਂ ਵੀ ਉਹਨਾਂ ਗੁਰਮੁਖਾਂ ਦੀ ਤਰ੍ਹਾਂ ਆਪਣੇ ਅੰਤਸ਼ਕਰਨ ਰੂਪੀ ਚਤੁਸ਼ਟੇ, ਜਿਸ ਤਰ੍ਹਾਂ ਮੰਜੇ ਦੇ ਚਾਰ ਪਾਵੇ ਹੁੰਦੇ ਨੇ ਨਾ ਜੀ, ਅੰਤਸ਼ਕਰਨ ਨੂੰ ਚਤੁਸ਼ਟੇ ਵੀ ਕਹਿੰਦੇ ਨੇ। ਅੰਤਸ਼ਕਰਨ ਚਿੱਤ ਬੁੱਧ ਹੰਕਾਰ ਇਤਿਆਦਿ ਦੇ ਚਾਰ ਪਾਵੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਜੀਵ ਰੂਪੀ ਇਸਤਰੀ ਇਹ ਲੋਚਾ ਕਰਦੀ ਹੈ ਕਿ ਉਹਨਾਂ ਗੁਰਮੁਖਾਂ ਦੀ ਤਰ੍ਹਾਂ ਮੈਂ ਵੀ ਸ਼ਰਧਾ ਦੀ ਛੇਜ ਵਿਚਾਵਾਂ। ਜਨ ਨਾਨਕ ਹਰ ਪ੍ਰਭ ਭਾਣੀਆ RAM ਰਾਜਿਆ। ਹੇ ਰਮੇ ਹੋਏ RAM ਪ੍ਰਕਾਸ਼ਵਾਨ ਵਾਹਿਗੁਰੂ ਜੀ। ਸਤਿਗੁਰੂ ਜੀ ਕਥਨ ਕਰਦੇ ਨੇ ਹਰੀ ਪ੍ਰਭੂ ਨੂੰ ਜਦੋਂ ਇਹ ਜੀਵ ਇਸਤਰੀ ਭਾ ਜਾਂਦੀ, ਮਿਲਿਆ ਸਹਿਜ ਸੁਭਾਈ। ਉਹ ਸੁੱਤੇ ਸਿੱਧੀ ਸੰਗਤ ਜੀ ਵਾਹਿਗੁਰੂ ਦੇ ਨਾਲ ਇਹ ਜੀਵ ਇਸਤਰੀ ਮਿਲ ਜਾਂਦੀ ਹੈ, ਅਥਵਾ ਵਾਹਿਗੁਰੂ ਪਰਮੇਸ਼ਰ ਆਪ ਸੁੱਤੇ ਸਿੱਧੀ ਆਣ ਕੇ ਇਸ ਜੀਵ ਇਸਤਰੀ ਨੂੰ ਪ੍ਰਾਪਤ ਹੋ ਜਾਂਦਾ। ਇਕਤ ਸੇਜੈ ਹਰ ਪ੍ਰਭੂ RAM ਰਾਜਿਆ। ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਇਕਤ ਸੇਜਾ ਹੈ। ਇਹ ਜਿਹੜੀ ਸਾਡੀ ਇੱਕ ਸੇਜਾ ਹੈ ਨਾ, ਅੰਤਸ਼ਕਰਨ ਹਿਰਦਾ, ਇਹਦੇ ਉੱਤੇ ਉਹ ਹਰੀ ਪ੍ਰਭੂ ਰਮਿਆ ਹੋਇਆ ਪ੍ਰਕਾਸ਼ਵਾਨ ਵਾਹਿਗੁਰੂ ਹੈ। ਗੁਰ ਦੱਸੇ ਹਰ ਮੇਲੇਈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਖੋ, ਈਸ਼ਵਰ ਵੀ ਪਰਮਾਤਮਾ ਵੀ ਉਸੇ ਸੇਜਾ ਦੇ ਉੱਤੇ ਹੈ ਤੇ ਜੀਵ ਰੂਪੀ ਇਸਤਰੀ ਵੀ ਉਸੇ ਸੇਜਾ ਦੇ ਉੱਪਰ ਹੈ, ਪਰ ਹੁਣ ਦੋਨਾਂ ਦਾ ਮਿਲਾਪ ਨਹੀਂ ਹੈਣ। ਦੋਵੇਂ ਇੱਕ ਬੈੱਡ ਦੇ ਉੱਤੇ ਇਕੱਠੇ, ਪਰ ਦੋਨਾਂ ਦਾ ਆਪਸ ਵਿੱਚ ਮਿਲਾਪ ਨਹੀਂ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਉਮ ਕੇ ਹੋਇਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਸੰਗਤ ਜੀ ਫਿਰ ਅੱਗੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੁਣਤ ਸੰਦੇਸਰੋ ਪ੍ਰਿਆ ਗ੍ਰਹਿ ਚੇਜ ਵਿਚਾਈ। ਤੇ ਸਤਿਗੁਰੂ ਜੀ ਕਹਿੰਦੇ ਭ੍ਰਮ ਭ੍ਰਮ ਆਇਓ ਤਾਂ ਨਦਰ ਨਾ ਪਾਈ। ਹਿਰਦੇ ਦੀ ਚੇਜਾ ਵਿਚਾਈ ਹੈ। ਜੀਵ ਤੇ ਈਸ਼ ਦੋਵੇਂ ਇਕੱਠੇ ਨੇ, ਪਰ ਇਹ ਜੀਵ ਇਸਤਰੀ ਔਂਸੀਆਂ ਪਾਉਂਦੀ ਹੈ ਕਿ ਮੈਨੂੰ ਆਣ ਕੇ ਮਿਲ। ਉਹ ਵਾਰ-ਵਾਰ ਅੰਤਸ਼ਕਰਨ ਸੇਜਾ ਦੇ ਉੱਤੇ ਆਉਂਦਾ ਹੈ, ਪਰ ਇਸ ਜੀਵ ਇਸਤਰੀ ਨੇ ਉਹਦੇ ਵੱਲੇ ਤੱਕਿਆ ਨਹੀਂਗਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ
ਇੱਕ ਤਸੇਜੇ ਹਰ ਪ੍ਰਭ ਰਾਮ ਰਾਜਿਆ। ਹਰੀ ਪ੍ਰਭੂ ਇੱਕ ਸੇਜ ਦੇ ਉੱਤੇ ਹੈ, ਜੀਵ ਇਸਤਰੀ ਵੀ ਉੱਤੇ ਹੈ ਤੇ ਪਰਮਾਤਮਾ ਵੀ ਉੱਤੇ ਹੈ, ਪਰ ਆਪਸ ਵਿੱਚ ਦੋਨਾਂ ਦਾ ਮਿਲਾਪ ਨਹੀਂ। ਬੈੱਡ ਇੱਕੋ ਹੀ ਹੈ, ਇੱਕੇ ਬੈੱਡ ਦੇ ਉੱਤੇ ਦੋਵੇਂ ਨੇ, ਜੀਵ ਤੇ ਈਸ਼, ਪਰ ਮਿਲਾਪ ਨਹੀਂ। ਮਿਲਾਪ ਕਿਵੇਂ ਹੋਵੇਗਾ? ਗੁਰ ਦੱਸੇ ਹਰ ਮੈਂ ਲਈ। ਜਦੋਂ ਗੁਰੂ ਮਾਰਗ ਦੱਸੇਗਾ, ਗੁਰੂ ਕਿਰਪਾ ਕਰੇਗਾ, ਤਾਂ ਭਾਈ ਉਸ ਮਾਲਕ ਨਾਲ ਮਿਲਾਪ ਹੋਵੇਗਾ। ਮੈਂ ਮਨ ਤਨ ਪ੍ਰੇਮ ਬੈਰਾਗ ਹੈ RAM ਰਾਜਿਆ। ਹੇ ਰਮੇ ਹੋਏ ਰਾਮ ਪਰਮੇਸ਼ਰ ਵਾਹਿਗੁਰੂ ਪ੍ਰਕਾਸ਼ਵਾਨ ਜੀ, ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਪ੍ਰੇਮ ਪਿਆਰ ਹੈ। ਮੇਰੇ ਮਨ ਤੇ ਮੇਰੇ ਤਨ ਵਿੱਚ ਬੈਰਾਗ ਵੀ, ਉਪਰਾਮਤਾ ਵੀ ਹੈ। ਗੁਰ ਮੇਲੇ ਕਿਰਪਾ ਕਰੇ। ਉਪਰਾਮਤਾ ਤੇ ਪਿਆਰ ਕਿਵੇਂ ਹੈ? ਕਿ ਗੁਰੂ ਕਿਰਪਾ ਕਰਕੇ ਮੈਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ। ਹਾਂ ਗੁਰ ਟਹੋ ਘੋਲ ਘੁਮਾਇਆ RAM ਰਾਜਿਆ। ਹੁਣ ਜਦੋਂ ਗੱਲ ਬਣ ਗਈ ਨਾ ਜੀ, ਜੀਵ ਤੇ ਈਸ਼ ਦਾ ਮਿਲਾਪ ਹੋਇਆ, ਤੇ ਫਿਰ ਜੀਵ ਇਸਤਰੀ ਕਹਿੰਦੀ ਹੈ, ਵਾਹਿਗੁਰੂ ਜੀ ਮੈਂ ਆਪਣੇ ਗੁਰੂ ਤੋਂ ਵਾਰ ਨੇ ਫੇਰ ਨੇ ਕੁਰਬਾਨ ਜਾਂਦੀ ਆ। ਜੀਓ ਸਤਿਗੁਰ ਆਗੈ ਦੇਈ। ਮੈਂ ਆਪਣਾ ਮਨ, ਆਪਣੀ ਜਿੰਦ ਆਪਣੇ ਸਤਿਗੁਰੂ ਦੇ ਅੱਗੇ ਅਰਪਣ ਕਰ ਦੇਵਾਂ। ਗੁਰ ਤੁਠਾ ਜੀਓ RAM ਰਾਜਿਆ। ਪੁੱਛਿਆ ਭੈਣ ਵੀ ਤੂੰ ਆਪਣੇ ਗੁਰੂ ਤੋਂ ਵਾਰ ਨੇ ਫੇਰ ਨੇ ਕੁਰਬਾਨ ਜਾਂਦੀ ਆ, ਫਿਰ ਤੂੰ ਕਹਿੰਦੀ ਵੀ ਆਪਣਾ ਮਨ ਤੇ ਜਿੰਦ ਜਿਹੜੀ ਹੈ ਇਹ ਗੁਰੂ ਨੂੰ ਅਰਪਣ ਕਰ ਦੇਵਾਂ, ਕਾਰਨ ਕੀ ਹੈ? ਤੇ ਉਹ ਜੀਵ ਇਸਤਰੀ ਗਾੜੀਆਂ ਕਹਿੰਦੀ, ਗੁਰ ਟੁੱਟਾ ਜੀਓ RAM ਰਾਜਾ। ਜਿਹੜਾ ਰਮਿਆ ਹੋਇਆ RAM ਰਾਜਿਆਂ ਦਾ ਰਾਜਾ ਪ੍ਰਕਾਸ਼ਵਾਨ ਵਾਹਿਗੁਰੂ ਹੈ ਨਾ, ਉਹ ਗੁਰੂ ਦੀ ਕਿਰਪਾ ਨਾਲ ਟੁੱਟ ਪਿਆ ਹੈ। ਅਥਵਾ ਗੁਰੂ ਸਾਹਿਬ ਜੀ ਟੁੱਟ ਪਏ, ਪ੍ਰਸੰਨ ਹੋ ਗਏ ਹਨ। ਜਨ ਨਾਨਕ ਹਰ ਮੇਲੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਜਨਾਂ ਨੂੰ, ਦਾਸਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ। ਇਹ ਹੁਣ ਜਿਹੜੀ ਸਾਡੀ ਇੱਛਾ ਸੀ ਇਹ ਪੂਰੀ ਹੋਈ ਹੈ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸੰਗਤ ਜੀ, ਅੱਜ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਸੁਭਾਏਮਾਨ ਹੋਣ ਦਾ ਗੁਰਪੁਰਬ ਹੈ ਅਤੇ ਨਾਨਕ ਚਾਈ ਕੈਲੰਡਰ ਮੁਤਾਬਕ ਅੱਜ ਹੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ। ਵੱਡੇ ਸਨ ਰਾਮ ਰਾਏ ਤੇ ਛੋਟੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਰਾਮ ਰਾਏ ਦਾ ਸੁਭਾਅ ਥੋੜਾ ਜਿਹਾ ਪਿਰਤੀ ਚੰਦ ਨਾਲ ਮਿਲਦਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸੁਭਾਅ ਬੜਾ ਨਰਮ ਸੀ। ਸੰਗਤ ਜੀ, ਇੱਕ ਵਾਰੀ ਸੰਗਤ ਵਿੱਚੋਂ ਪ੍ਰੇਮੀਆਂ ਨੇ ਪੁੱਛ ਲਿਆ ਗੁਰੂ ਹਰਿਰਾਏ ਸਾਹਿਬ ਜੀ ਨੂੰ, ਮਹਾਰਾਜ ਆਪ ਜੀ ਆਉਣ ਵਾਲੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਆਪਣੇ ਕਿਹੜੇ ਸਾਹਿਬਜ਼ਾਦੇ ਨੂੰ ਸੁਭਾਏਮਾਨ ਕਰੋਗੇ? ਸਤਿਗੁਰੂ ਪਾਤਸ਼ਾਹ ਜੀ ਨੇ ਦੋ ਗੰਧੂਈਆਂ ਦਿੱਤੀਆਂ। ਗੰਧੂਈਆਂ ਇੱਕ ਸੂਈ ਹੁੰਦੀ ਹੈ ਨਾ ਜੀ, ਇੱਕ ਸੂਈ ਹੁੰਦੀ ਹੈ, ਇੱਕ ਗੰਧੂਈ ਹੁੰਦੀ ਹੈ। ਆਮ ਕਰਕੇ ਆਹ ਠੰਡ ਸ਼ੁਰੂ ਹੋ ਗਈ ਆ ਤੇ ਸਾਡੀਆਂ ਮਾਤਾਵਾਂ ਨੇ ਗੰਧੂਈ ਦੇ ਨਾਲ ਨਾ ਨਗੰਦੇ ਕੱਢਣੇ ਨੇ ਰਜਾਈਆਂ ਤਲਾਈਆਂ ਦੇ ਵਿੱਚ। ਉਹ ਦੋ ਗੰਧੂਈਆਂ ਦਿੱਤੀਆਂ ਨੇ ਤੇ ਆਖਿਆ ਜਿੱਥੇ ਸਾਹਿਬਜ਼ਾਦੇ
ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ, ਜਾਓ ਉਹਨਾਂ ਦੇ ਪੀੜ੍ਹਿਆਂ ਦੇ ਵਿੱਚ ਇਹ ਗੰਧੂਈਆਂ ਖਬੋ ਕੇ ਵੇਖਿਓ, ਤੁਹਾਨੂੰ ਆਪੇ ਪਤਾ ਲੱਗ ਜਾਵੇਗਾ। ਜਦੋਂ ਸਿੱਖ ਪਹਿਲਾਂ ਰਾਮ ਰਾਏ ਦੇ ਕੋਲ ਗਿਆ, ਜਿੱਥੇ ਉਹ ਬੈਠਾ ਬਾਣੀ ਪੜ੍ਹਦਾ, ਨਿਤਨੇਮ ਕਰਦਾ ਸੀ, ਸੰਗਤ ਜੀ ਜਦੋਂ ਉਹਦੇ ਗਾੜੀ ਪੀੜਾ ਜਿਹੜਾ ਪਿਆ ਸੀ ਉਹਦੇ ਵਿੱਚ ਉਹਨਾਂ ਨੇ ਜਾ ਕੇ ਉਹ ਗੰਧੂਈ ਖਬੋਈ, ਉਹ ਗੰਧੂਈ ਖੁਬੀ ਨਹੀਂ, ਗੰਧੂਈ ਮੁੜ ਗਈ। ਦੂਜੇ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਆਪ ਨਿਤਨੇਮ ਕਰਦੇ ਸਨ, ਬਾਣੀ ਪੜ੍ਹ ਰਹੇ ਸੀ, ਜਦੋਂ ਸਿੱਖਾਂ ਨੇ ਉੱਥੇ ਜਾ ਕੇ ਗੰਧੂਈ ਖਬੋਈ ਤੇ ਉਹ ਗੰਧੂਈ ਪੀੜੇ ਦੇ ਪਾਵੇ ਵਿੱਚ ਇਸ ਤਰ੍ਹਾਂ ਖੁੱਭ ਗਈ ਜਿਵੇਂ ਮੋਮ ਵਿੱਚ ਖੁੱਭ ਜਾਂਦੀ ਹੈ। ਇਹ ਸਤਿਗੁਰੂ ਜੀ ਨੇ ਪਹਿਲਾਂ ਹੀ ਵਿਖਾ ਦਿੱਤਾ ਗੁਰਸਿੱਖਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਹੋਣਗੇ। ਪਰ ਸਮਾਂ ਆਪਣੀ ਚਾਲੇ ਚੱਲਦਾ ਗਿਆ। ਉਧਰੋਂ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਹਰਿ ਸਾਹਿਬ ਜੀ ਨੂੰ ਸੱਦ ਭੇਜਿਆ। ਸਤਿਗੁਰੂ ਜੀ ਨਾ ਗਏ, ਸਤਿਗੁਰਾਂ ਨੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਨੇ ਉੱਥੇ ਕਈ ਪ੍ਰਕਾਰ ਦੀਆਂ ਕਰਾਮਾਤਾਂ ਵਿਖਾਈਆਂ। ਪਰ ਜਦੋਂ ਔਰੰਗਜ਼ੇਬ ਨੇ ਕਿਹਾ, ਇੱਕ ਪਾਸੇ ਗੁਰਬਾਣੀ ਦੇ ਵਿੱਚ ਜ਼ਿਕਰ ਹੈ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦੱਸੈ ਬਾਹਰਾ ਜੀਓ, ਤੇ ਦੂਜੇ ਪਾਸੇ ਇਹ ਕਿਉਂ ਲਿਖਿਆ ਜੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਤੇ ਰਾਮ ਰਾਏ ਨੇ ਕਿਹਾ ਨਹੀਂ ਜੀ ਇਹ ਲਿਖਾਰੀ ਦੀ ਗਲਤੀ ਹੋ ਗਈ ਹੈ। ਗੁਰੂ ਹਰਿ ਸਾਹਿਬ ਜੀ ਨੂੰ ਪਤਾ ਲੱਗਾ ਤੇ ਸਤਿਗੁਰਾਂ ਨੇ ਨਾ ਜੀ ਫਰਮਾਨ ਜਾਰੀ ਕਰ ਦਿੱਤਾ। ਕਹਿਣ ਲੱਗੇ ਰਾਮ ਰਾਏ ਜਿੱਧਰ ਤੇਰਾ ਮੂੰਹ ਉਧਰ ਚਲਿਆ ਜਾ, ਸਾਡੇ ਮੱਥੇ ਨਾ ਲੱਗੀ। ਸਮਾਂ ਆਇਆ ਅੱਜ ਦੇ ਸ਼ੁਭ ਦਿਹਾੜੇ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਉਦੋਂ ਸਤਿਗੁਰਾਂ ਦੀ ਉਮਰ ਕੇਵਲ 5 ਸਾਲ ਦੀ ਸੀ। ਸੰਗਤ ਜੀ 2.5 ਸਾਲ ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਬੈਠ ਕਰਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ। ਕਈਆਂ ਦੇ ਮਨਾਂ ਵਿੱਚ ਉਤਰਾ ਚੜ੍ਹਾਅ ਵੀ ਆਏ, ਇਹ ਛੋਟਾ ਜਿਹਾ ਬਾਲਕ ਗੁਰਤਾ ਗੱਦੀ ਤੇ ਬਹਿ ਗਿਆ, ਇਹ ਕੀ ਕਰੇਗਾ। ਪਰ ਸਤਿਗੁਰੂ ਜੀ ਨੇ ਉਹ ਕੌਤਕ ਕਰ ਵਿਖਾਏ ਜਿਹੜੇ ਵੱਡੇ ਵੱਡੇ ਵੀ ਨਹੀਂ ਸੀ ਕਰ ਸਕਦੇ। ਸਤਿਗੁਰਾਂ ਦੇ ਗੁਰਤਾ ਗੱਦੀ ਦੀ ਸੰਗਤ ਜੀ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਤੇ ਉੱਥੇ ਅੱਜ ਗੁਰੂ ਹਰਿ ਸਾਹਿਬ ਜੀ ਦਾ ਜੋਤੀ ਜੋਤ ਵੀ ਹੈ। ਗੁਰਤਾ ਗੱਦੀ ਦੇਣ ਤੋਂ ਬਾਅਦ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਹਰਿ ਸਾਹਿਬ ਜੀ ਜੋਤੀ ਜੋਤ ਸਮਾਏ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪ੍ਰਣ ਕੀਤਾ ਸੀ ਨਾ ਮਲੇਸ਼ ਕੋ ਦਰਸ਼ਨ ਦੇਹੋ, ਨਾ ਮਲੇਸ਼ ਦਾ ਦਰਸ਼ਨ ਕਰਨਾ, ਨਾ ਮਲੇਸ਼ ਨੂੰ ਦਰਸ਼ਨ ਦੇਣਾ। ਉਹ ਸਤਿਗੁਰੂ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ ਕੀਰਤਪੁਰ ਸਾਹਿਬ। ਦੂਜਾ ਸੰਗਤ ਜੀ ਅੱਜ ਸ੍ਰੀ ਨਨਕਾਣਾ 155 ਸਾਹਿਬ ਜੀ ਦਾ ਸਾਕਾ ਹੈ। ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤੇ ਗੁਰੂ ਕੇ ਬਾਗ ਦੇ ਮੋਰਚੇ ਵਿੱਚੋਂ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਇਹਨਾਂ ਸਿੰਘਾਂ ਨੂੰ ਰੇਲ ਦੇ ਰਾਹੀਂ ਅਟਕ ਲਿਜਾਇਆ ਜਾ ਰਿਹਾ ਸੀ। ਜਦੋਂ ਉਹ ਰੇਲ ਪੰਜਾ ਸਾਹਿਬ ਪਹੁੰਚੀ, ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਤੇ 200 ਦੇ ਲਗਭਗ ਹੋਰ ਸੰਗਤਾਂ ਨੇ ਸਟੇਸ਼ਨ ਮਾਸਟਰ ਨੂੰ ਕਿਹਾ ਜੀ ਇੱਥੇ ਅੱਜ ਗੱਡੀ ਰੋਕੋ, ਅਸੀਂ ਸਿੰਘਾਂ ਨੂੰ ਜਲ ਪਾਣੀ ਪ੍ਰਸ਼ਾਦਾ ਛਕਾਉਣਾ ਹੈ। ਸਟੇਸ਼ਨ ਮਾਸਟਰ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਜੀ ਇੱਥੇ ਗੱਡੀ ਨਹੀਂ ਰੁਕਣੀ, ਸਮਾਂ ਸੂਚੀ ਦੇ ਵਿੱਚ ਗੱਡੀ ਰੁਕਣ ਦਾ ਸਮਾਂ ਹੀ ਨਹੀਂ ਹੈਗਾ। ਉਸ ਵੇਲੇ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਤੇ ਹੋਰ ਸਾਡੀਆਂ ਮਾਤਾਵਾਂ ਤੇ ਗੁਰਮੁਖ ਪਿਆਰੇ ਜਿਹੜੇ ਸੀ ਉਹ ਰੇਲ ਦੀ ਪਟੜੀ ਦੇ ਉੱਤੇ ਜਾ ਕੇ ਸੰਗਤ ਜੀ ਕੋਈ ਬੈਠ ਗਏ, ਕੋਈ ਲੰਮੇ ਪੈ ਗਏ। ਗੱਡੀ ਆਈ, ਪਾਇਲਟ ਨੇ ਵੇਖਿਆ ਵੀ ਅੱਗੇ ਬਹੁਤ ਸਾਰੇ ਸਿੱਖ ਬੈਠੇ ਨੇ,
ਉਹਨੇ ਗੱਡੀ ਤਾਂ ਹੌਲੀ ਕਰ ਦਿੱਤੀ, ਪਰ ਰੁਕਦਿਆਂ ਵੀ ਸੰਗਤ ਜੀ 30 ਅਕਤੂਬਰ 1922 ਨੂੰ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਤੇ 9 ਸਿੰਘ ਇਹਨਾਂ ਦੇ ਨਾਲ ਹੋਰ ਸੀ, 11 ਸਿੱਖਾਂ ਨੂੰ ਉਹ ਗੱਡੀ ਸ਼ਹੀਦ ਕਰਕੇ ਬਿਲਕੁਲ ਉਹਦੀਆਂ ਬਰੇਕਾਂ ਲੱਗ ਗਈਆਂ। ਬਾਕੀ ਸੰਗਤਾਂ ਨੇ ਆਪਣੇ ਭਰਾਵਾਂ ਨੂੰ ਜਲ ਪਾਣੀ ਲੰਗਰ ਪ੍ਰਸ਼ਾਦ ਛਕਾਇਆ ਤੇ ਸੰਗਤ ਜੀ ਉੱਥੋਂ ਫਿਰ ਇਹ ਗੱਡੀ ਅੱਗੇ ਚੱਲਦੀ ਹੈ, ਅਟਕ ਨੂੰ ਜਾਂਦੀ ਹੈ ਸਿੱਖਾਂ ਨੂੰ ਲੈ ਕੇ, ਤੇ ਉੱਥੋਂ ਸਿੱਖਾਂ ਨੇ ਭਾਈ ਪ੍ਰਤਾਪ ਸਿੰਘ ਜੀ, ਭਾਈ ਕਰਮ ਸਿੰਘ ਜੀ ਦੇ ਜਿਹੜੇ ਇਹਨਾਂ ਦੇ 9 ਹੋਰ ਸਾਥੀ ਸ਼ਹੀਦ ਹੋਏ ਸੀ, ਉਹਨਾਂ ਨੂੰ ਰਾਵਲਪਿੰਡੀ ਲਿਆਣ ਕੇ ਉਹਨਾਂ ਦਾ ਸੰਸਕਾਰ ਕੀਤਾ ਤੇ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ। ਸੰਗਤਾਂ ਨੇ ਸ਼ਹੀਦਾਂ ਦਾ ਦਰਜਾ ਦਿੱਤਾ ਸੰਗਤ ਜੀ। ਔਰ 1 ਨਵੰਬਰ ਨੂੰ ਇਹਨਾਂ ਦਾ ਸੰਸਕਾਰ ਕੀਤਾ ਗਿਆ। 1 ਨਵੰਬਰ 1922 ਨੂੰ 1947 ਦੀ ਵੰਡ ਤੋਂ ਪਹਿਲਾਂ ਪੰਜਾ ਸਾਹਿਬ ਵਿਖੇ ਇਹ 3 ਦਿਨ ਦਾ ਜੋੜ ਮੇਲਾ ਮਨਾਇਆ ਜਾਂਦਾ ਸੀ, 30, 31 ਤੇ 1 ਨਵੰਬਰ ਤੱਕ। ਸੰਗਤ ਜੀ ਅੱਜ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸ਼ਹੀਦਾਂ ਨੂੰ ਨਮਸਕਾਰ ਹੈ। ਆਓ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਆਪਾਂ ਕਰ ਲਈਏ ਜੀ। ਰਾਮਕਲੀ ਮਹੱਲਾ ਪੰਜਵਾ। ਰਾਮਕਲੀ ਰਾਗ ਵਿੱਚ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਰਤਨ ਜਵੇਹਰ ਨਾਮ। ਸੰਗਤ ਜੀ ਹਜ਼ੂਰ ਨੇ ਰਾਹ ਦੀਆਂ ਪੰਕਤੀਆਂ ਵਿੱਚ ਜ਼ਿਕਰ ਕੀਤਾ ਹੈ, ਮੇਰੇ ਰਾਮ ਕੋ ਭੰਡਾਰ, ਮੇਰੇ ਪਰਮੇਸ਼ਰ ਦਾ ਖਜ਼ਾਨਾ, ਜਿਸ ਖਜ਼ਾਨੇ ਦੇ ਵਿੱਚ ਖਾਤ ਖਰਚ ਕਛ ਤੋਟ ਨਾ ਆਵੇ। ਖਾਂਦਿਆਂ ਖਰਚਦਿਆਂ ਕੁਛ ਵੀ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ। ਹੁਣ ਸਤਿਗੁਰੂ ਜੀ ਉਹ ਜਿਹੜਾ ਮੇਰੇ ਰਾਮ ਦਾ ਖਜ਼ਾਨਾ ਹੈ ਨਾ, ਭੰਡਾਰ ਹੈ, ਉਹਦੇ ਬਾਰੇ ਦਰਸਾ ਰਹੇ ਨੇ ਵੀ ਉਹਦੇ ਵਿੱਚ ਕੀ ਕੀ ਹੈ। ਹਜੂਰ ਨੇ ਫਰਮਾਇਆ ਰਤਨ ਜਵੇਹਰ ਨਾਮ। ਉਸ ਖਜ਼ਾਨੇ ਦੇ ਵਿੱਚ ਨਾਮ ਰੂਪੀ ਰਤਨ ਨੇ ਤੇ ਨਾਮ ਰੂਪੀ ਜਵਾਹਰਾਤ ਨੇ। ਨਾਮ ਰੂਪੀ ਰਤਨ ਪਰੋਖ ਗਿਆਨ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ ਅਤੇ ਨਾਮ ਰੂਪੀ ਜਵਾਹਰਾਤ ਅਪਰੋਖ ਰੂਪੀ ਗਿਆਨ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ। ਸਤ ਸੰਤੋਖ ਗਿਆਨ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਖਜ਼ਾਨੇ ਦੇ ਵਿੱਚ ਸੱਤ ਹੈ, ਸੰਤੋਖ ਹੈ ਅਤੇ ਪ੍ਰਭੂ ਦਾ ਗਿਆਨ ਹੈ। ਸੂਖ ਸਹਿਜ ਦਇਆ ਕਾ ਪੋਤਾ। ਹਜੂਰ ਨੂੰ ਪੁੱਛਿਆ ਵੀ ਹੋਰ ਕੀ ਕੀ ਹੈ ਵਿੱਚ ਮਹਾਰਾਜ ਖਜ਼ਾਨੇ ਦੇ। ਸਤਿਗੁਰੂ ਜੀ ਕਹਿੰਦੇ ਭਾਈ ਸੁਖ ਹੈ, ਸਹਿਜ ਸ਼ਾਂਤੀ ਹੈ, ਟਿਕਾਓ ਹੈ ਅਤੇ ਇਸੇ ਤਰ੍ਹਾਂ ਹੀ ਦਇਆ ਦਾ ਖਜ਼ਾਨਾ ਹੈ। ਹਰ ਭਗਤਾ ਹਵਾਲਾ ਹੋਤਾ। ਮਹਾਰਾਜ ਉਹ ਖਜ਼ਾਨਾ ਰੱਖਿਆ ਕਿਤੇ ਹੈ ਪਰਮੇਸ਼ਰ ਨੇ, ਸਾਨੂੰ ਦੱਸੋ ਤਾਂ ਸਹੀ, ਅਸੀਂ ਲੋਟੀ ਲਿਆਈਏ। ਮਹਾਰਾਜ ਸਾਹਿਬ ਜੀ ਕਹਿੰਦੇ ਆਓ ਤੁਹਾਨੂੰ ਦੱਸਦੇ ਹਾਂ। ਹਰ ਭਗਤਾ ਹਵਾਲੇ ਹੋਤਾ। ਹਰੀ ਨੇ ਇਹ ਜਿਹੜਾ ਖਜ਼ਾਨਾ ਹੈ ਨਾ, ਉਹ ਆਪਣੇ ਭਗਤਾਂ ਦੇ ਸਬੁਰਦ ਕੀਤਾ। ਮੇਰੇ ਰਾਮ ਕੋ ਭੰਡਾਰ। ਮੇਰੇ ਪਰਮੇਸ਼ਰ ਦਾ ਇਹ ਭੰਡਾਰ ਹੈ, ਖਜ਼ਾਨਾ ਹੈ। ਖਾਤ ਖਰਚ ਕਛ ਤੋਟ ਨਾ ਆਵੇ। ਜਿਹਨੂੰ ਖਾਂਦਿਆਂ ਖਰਚਦਿਆਂ ਕੁਝ ਵੀ ਤੋੜ ਘਾਟਾ ਨਹੀਂ ਆਉਂਦਾ। ਅੰਤ ਨਹੀਂ ਹਰ ਪਾਰਾਵਾਰ। ਅਤੇ ਨਾ ਹੀ ਇਹ ਖਜ਼ਾਨੇ ਦਾ ਕੋਈ ਉਰਾਰ ਪਾਰ ਦਾ ਅੰਤ ਪਾ ਸਕਦਾ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ, ਕੀਰਤਨ ਨਿਰਮੋਲਕ ਹੀਰਾ। ਸੱਚੇ ਪਾਤਸ਼ਾਹ ਜੀ ਹੋਰ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ। ਸਤਿਗੁਰੂ ਜੀ ਕਹਿੰਦੇ ਕੀਰਤਨ ਨਿਰਮੋਲਕ ਹੀਰਾ। ਮੇਰੇ ਰਾਮ ਦੇ ਭੰਡਾਰ ਵਿੱਚ ਭਾਈ ਨਿਰਮੋਲਕ ਹੀਰੇ ਵਰਗਾ ਕੀਰਤਨ ਹੈ। ਸੰਗਤ ਜੀ ਕੀਰਤਨ ਨਿਰਮੋਲਕ ਹੈ, ਬੜਾ ਸੁੰਦਰ ਹੀਰੇ ਵਰਗਾ। ਪਰ ਜੇ ਇਹਨੂੰ
ਕੀਰਤਨ ਦੇ ਤੌਰ ਤੇ ਵਰਤਿਆ ਜਾਵੇ ਤਾਂ ਫਿਰ ਇਹ ਨਿਰਮੋਲ ਕੀਰਾ, ਆਨੰਦ ਗੁਣੀ ਗਹੀਰਾ, ਜਿਹੜਾ ਆਨੰਦ ਦੇ ਦੇਣ ਵਾਲਾ ਉਹ ਗੁਣਾਂ ਦਾ ਸਾਗਰ, ਅਣਹਦ ਬਾਣੀ ਪੂੰਜੀ, ਹੱਦ ਤੋਂ ਰਹਿਤ ਜਿਹੜੀ ਬਾਣੀ ਲਿਵ ਲਾਉਣ ਵਾਸਤੇ ਇਹ ਰਾਸ ਪੂੰਜੀ ਐ ਇਸ ਖਜ਼ਾਨੇ ਵਿੱਚ। ਸੰਤਨ ਹੱਥ ਰਾਖੀ ਕੂੰਜੀ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਖਜ਼ਾਨੇ ਦੀ ਜਿਹੜੀ ਕੁੰਜੀ ਹੈ ਨਾ ਜੀ, ਸ਼ਰਧਾ ਰੂਪੀ ਪ੍ਰੀਤੀ ਰੂਪੀ ਕੁੰਜੀ ਜਿਹੜੀ ਹੈ ਨਾ, ਉਹ ਪਰਮੇਸ਼ਰ ਨੇ ਸੰਤਾਂ ਦੇ ਹੱਥ ਵਿੱਚ ਦਿੱਤੀ ਹੋਈ ਆ। ਸੁਨ ਸਮਾਦ ਗੁਫਾ ਤਹ ਆਸਣ, ਅਪੁਰ ਅਵਸਥਾ ਰੂਪੀ ਗੁਫਾ ਦੇ ਵਿੱਚ ਸੰਗਤ ਜੀ ਜਿੱਥੇ ਪਰਮੇਸ਼ਰ ਦਾ ਆਸਣ ਹੈ, ਕੇਵਲ ਬ੍ਰਹਮ ਪੂਰਨ ਤਹ ਬਾਸਣ, ਉੱਥੇ ਕੇਵਲ ਪੂਰਨ ਬ੍ਰਹਮ ਦਾ ਨਿਵਾਸ ਹੈ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਪਰ ਜਿਹੜੇ ਭਗਤ ਨੇ ਨਾ ਜੀ, ਪਰਮੇਸ਼ਰ ਦੇ ਪਿਆਰੇ ਸੰਤ ਭਗਤ ਸਿਮਰਨ ਭਜਨ ਕਰਨ ਵਾਲੇ, ਉਹ ਵੀ ਉਸ ਅਪੁਰ ਅਵਸਥਾ ਰੂਪੀ ਗੁਫਾ ਦੇ ਵਿੱਚ ਆਸਣ ਲਾਉਂਦੇ ਨੇ ਵਾਹਿਗੁਰੂ ਦੀ ਹਜ਼ੂਰੀ ਵਿੱਚ। ਜਿੱਥੇ ਕੇਵਲ ਬ੍ਰਹਮ ਦਾ ਨਿਵਾਸ ਹੈ ਉੱਥੇ ਉਹ ਭਗਤ ਜਨ ਵੀ ਨਿਵਾਸ ਕਰਦੇ ਨੇ। ਤੇ ਪ੍ਰਭੂ ਕੀ ਕਰਦਾ ਹੈ? ਭਗਤ ਸੰਗ ਪ੍ਰਭ ਗੋਸ਼ਟ ਕਰਤ, ਭਗਤਾਂ ਦੇ ਨਾਲ ਗੋਸ਼ਟੀ ਕਰਦਾ ਹੈ, ਵਿਚਾਰਾਂ ਕਰਦਾ ਹੈ। ਤਹ ਹਰਖ ਨਾ ਸੋਗ ਨਾ ਜਨਮ ਨਾ ਮਰਤ, ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਭਾਈ ਉੱਥੇ ਖੁਸ਼ੀ ਹੈ, ਆਏ ਪਦਾਰਥਾਂ ਦੀ ਖੁਸ਼ੀ ਨਹੀਂ, ਤੇ ਗਿਆਂ ਦੀ ਉੱਥੇ ਗਮੀ ਨਹੀਂ, ਨਾ ਉੱਥੇ ਜਨਮ ਹੈ ਤੇ ਨਾ ਹੀ ਮੌਤ ਹੈ। ਕਰ ਕਿਰਪਾ ਜਿਸ ਆਪ ਦਿਵਾਇਆ, ਕਿਰਪਾ ਕਰਕੇ ਜਿਨ੍ਹਾਂ ਨੂੰ ਇਹ ਖਜ਼ਾਨਾ ਵਾਹਿਗੁਰੂ ਨੇ ਆਪ ਦਵਾਇਆ। ਸਾਧ ਸੰਗ ਤਿਨ ਹਰ ਧਨ ਪਾਇਆ, ਸਾਧ ਸੰਗਤ ਵਿੱਚੋਂ ਭਾਈ ਉਹਨਾਂ ਨੇ ਇਹ ਨਾਮ ਰੂਪੀ ਹਰੀ ਦਾ ਨਾਮ ਰੂਪੀ ਧਨ ਪ੍ਰਾਪਤ ਕੀਤਾ ਹੈ। ਹਰੀ ਦਾ ਨਾਮ ਰੂਪੀ ਧਨ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਦਇਆਲ ਪੁਰਖ ਨਾਨਕ ਅਰਦਾਸ, ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਦਇਆ ਦੇ ਘਰ ਪੂਰਨ ਪ੍ਰਭੂ, ਸਾਡੀ ਤੁਹਾਡੇ ਚਰਨਾਂ ਵਿੱਚ ਇਹ ਅਰਦਾਸ ਹੈ। ਹਰ ਮੇਰੀ ਵਰਤਨ ਹਰ ਮੇਰੀ ਰਾਸ, ਮਹਾਰਾਜ ਆਪ ਕਿਰਪਾ ਕਰੋ, ਹੇ ਹਰੀ ਜੀ ਆਪ ਹੀ ਮੇਰਾ ਵਰਤੋਂ ਵਲੇਵਾ ਬਣੋ। ਸੱਚੇ ਪਾਤਸ਼ਾਹ ਜੀ ਆਪ ਹੀ ਮੇਰੀ ਰਾਸ ਪੂੰਜੀ ਬਣੋ। ਮਹਾਰਾਜ ਆਪ ਹੀ ਮੇਰਾ ਵਰਤਣ ਵਲੇਵਾ ਹੋ, ਆਪ ਹੀ ਮੇਰੀ ਅਰਾਸ ਪੂੰਜੀ ਹੋ। ਇਹ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰਾਮ ਕਲੀ ਰਾਗ ਵਿੱਚ ਸੰਗਤ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕੀਤੀ ਹੈ। ਅਗਲੇ ਸ਼ਬਦ ਵਿੱਚ ਪਰਮਾਤਮਾ ਦੀ ਉਪਮਾ ਸਤਿਗੁਰੂ ਜੀ ਕਰਨਗੇ, ਉਹ ਆਪਾਂ ਸਰਵਣ ਕਰਾਂਗੇ ਕੱਲ ਦੇ ਦੀਵਾਨਾਂ ਵਿੱਚ। ਸੋ ਹੋ ਸਕਦਾ ਵੀ ਕੱਲ ਨੂੰ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਉਹਨਾਂ ਨੇ ਕਥਾ ਸ਼ੁਰੂ ਕਰਨੀ ਹੈ। 5 ਤਰੀਕ ਤੀਕ ਉਹ ਲੜੀਵਾਰ ਨਾ ਕਰਨ। ਲੜੀਵਾਰ ਤੋਂ ਬਾਅਦ ਜਦੋਂ ਹੁਕਮਨਾਮੇ ਦੀ ਕਥਾ ਤੋਂ ਬਾਅਦ ਜਦੋਂ ਵੀ ਇਹ ਲੜੀਵਾਰ ਸ਼ੁਰੂ ਹੋਊਗੀ, ਇਹਦੇ ਵਿੱਚ ਸਤਿਗੁਰੂ ਜੀ ਦਰਸਾਉਣਗੇ ਕਿ ਵੇਦ ਵਾਹਿਗੁਰੂ ਦੀ ਉਪਮਾ ਨਹੀਂ ਜਾਣ ਸਕਦੇ, ਬ੍ਰਹਮੇ ਅੰਤ ਨਹੀਂ ਜਾਣ ਸਕਦੇ, ਉਹ ਸਾਰਾ ਕੁਝ ਆਵੇਗਾ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ ਜੀ। ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਤੇ ਵਸ ਜਾਵੇ, ਸਾਡਾ ਜੀਵਨ ਸਫਲਾ ਹੋਵੇ। ਅਸੀਂ ਹਉਮੈ ਅਤੇ ਵਿਕਿਆ ਸੰਗਤ ਜੀ ਇਹਨਾਂ ਤੇ ਕੰਟਰੋਲ ਕਰੀਏ, ਇਹਨਾਂ ਨੂੰ ਆਪਣੇ ਵਸ ਆਪਣੇ ਅਧੀਨ ਕਰਨ ਦਾ ਯਤਨ ਕਰੀਏ ਜੀ। ਸਤਿਗੁਰਾਂ ਦਾ ਕੁਟਾਣ ਕੋਟ ਚੁਗਰ ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਕਰ ਕਿਰਪਾ ਜਿਸ ਆਪ ਦਿਵਾਇਆ, ਸਾਧ ਸੰਗ ਤਿਨ ਹਰ ਧਨ ਪਾਇਆ। ਦਇਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਣ ਹਰ ਮੇਰੀ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।